ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ। ਵਾਰਡ ਅਟੈਂਡੈਂਟ ਦੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕੁਝ ਬਿਮਾਰੀਆਂ ਦੇ ਬਾਰੇ। ਦੋ ਬਿਮਾਰੀਆਂ ਡਿਸਕਸ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ। ਆਪਾਂ ਮਲੇਰੀਆ ਅਤੇ ਡੇਂਗੂ, ਮਲੇਰੀਆ ਔਰ ਡੇਂਗੂ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਕਿਸ ਤਰੀਕੇ ਨਾਲ ਮਲੇਰੀਆ ਔਰ ਡੇਂਗੂ ਆਪਾਂ ਨੂੰ ਹੁੰਦਾ ਹੈ, ਕਿਸ ਤਰੀਕੇ ਨਾਲ ਉਹ ਆਪਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਕੀ ਉਸਦੇ ਲੱਛਣ ਹੁੰਦੇ ਨੇ ਪੰਜਾਬੀ ਦੇ ਵਿੱਚ। ਅਗਰ ਆਪਾਂ ਡਿਟੇਲ ਪੰਜਾਬੀ ਦੇ ਵਿੱਚ ਡਿਸਕਸ ਕਰਾਂਗੇ ਅੱਜ ਦੀ ਕਲਾਸ। ਕੁਝ ਬੱਚਿਆਂ ਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਆਏ ਸੀ ਕਿ ਕਲਾਸ ਐਗਜ਼ਾਮ ਪੰਜਾਬੀ ਦੇ ਵਿੱਚ ਹੋਣਾ ਹੈ ਤਾਂ ਸਾਨੂੰ ਪੰਜਾਬੀ ਦੇ ਵਿੱਚ ਹੀ ਸਮਝਾਇਆ ਜਾਵੇ। ਤਾਂ ਬਾਈਲੈਂਗੁਅਲ ਕਲਾਸ ਰਹੇਗੀ, ਪੰਜਾਬੀ ਔਰ ਇੰਗਲਿਸ਼ ਦੋਨਾਂ ਦੇ ਵਿੱਚ ਡਿਸਕਸ ਕਰਾਂਗੇ। ਜ਼ਿਆਦਾਤਰ ਕੰਟੈਂਟ ਆਪਾਂ ਪੰਜਾਬੀ ਲੈਂਗੁਏਜ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਵਟਸਐਪ, ਟੈਲੀਗ੍ਰਾਮ, ਫੇਸਬੁੱਕ, ਜਿੱਥੇ ਵੀ ਸ਼ੇਅਰ ਕਰ ਸਕਦੇ ਹੋ। ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਆਪਾਂ ਸਟਾਰਟ ਕਰਾਂਗੇ ਸੈਸ਼ਨ। IBPS, RRB, JEE ਪੰਜਾਬ, ਪੰਜਾਬ ਪੁਲਿਸ, SI ਔਰ ਪਟਵਾਰੀ ਦੇ ਲਈ ਬੈਚਿਸ ਲਾਂਚ ਕੀਤੇ ਜਾ ਚੁੱਕੇ ਨੇ। ਅਗਰ ਇਹਨਾਂ ਦੇ ਵਿੱਚ ਐਨਰੋਲ ਕਰਵਾਉਣਾ ਚਾਹੁੰਦੇ ਹੋ ਤਾਂ ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਡਿਫਰੈਂਟ ਲਾਂਚ ਕੀਤੇ ਗਏ ਨੇ ਪੈਕਸ। ਅਗਰ ਤੁਸੀਂ ਚਾਹੋ ਤਾਂ ਉਹਨਾਂ ਦੇ ਵਿੱਚ ਵੀ ਅਵੇਲ ਕਰਵਾ ਸਕਦੇ ਹੋ। ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ, ਵੈਬਸਾਈਟ ਨੂੰ ਵਿਜ਼ਿਟ ਕਰੋ ਅਤੇ ਆਪਣੀ ਕਿਸੇ ਵੀ ਜਾਣਕਾਰੀ, ਅਗਰ ਤੁਸੀਂ ਕਿਸੇ ਵੀ ਪੈਕ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ। ਇਸ ਤੋਂ ਇਲਾਵਾ ਈਵਨ ਅਗਰ ਕਿਸੇ ਐਗਜ਼ਾਮ ਦੇ ਬਾਰੇ ਵੀ ਤੁਸੀਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਉਹ ਵੀ ਸਾਨੂੰ ਸਾਡੀ ਵੈਬਸਾਈਟ ਤੋਂ ਮਿਲ ਜਾਏਗੀ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਪਾਂ ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਮਲੇਰੀਆ ਕੀ ਹੈ? ਇੱਕ ਡਿਸੀਜ਼ ਕੋਜ਼ਡ ਬਾਈ ਪਲਾਜ਼ਮੋਡੀਅਮ ਪੈਰਾਸਾਈਟ ट्रांसमिटेड बाय द बाइट ऑफ इन्फेक्टेड मॉस्किटोज। मलेरिया बीमारी प्लाज्मोडियम परजीवी कारण होई बीमारी संक्रमित मच्छरों के चक नाल फैलती है। बेसिकली की चीज़ है कि जिहड़ी मच्छर ने, मलेरिया का जिहड़ा मच्छर है, मलेरिया के मच्छर का नाम भी डिस्कस करांगे आपां। जिहड़े मलेरिया के मच्छर हुंदे ने उन्हां दे विच की प्रॉब्लम हुंदी है? एक प्लाज्मोडियम पैरासाइट हुंदा है, प्लाज्मोडियम परजीवी, ਜਿਹੜਾ ਕਿ ਉਹਨਾਂ ਦੇ ਵਿੱਚੋਂ ਆਪਣੇ ਵਿੱਚ ਆ ਜਾਂਦਾ ਹੈ। ਤਾਂ ਆਪਾਂ ਨੂੰ ਨੁਕਸਾਨ ਕੀ ਚੀਜ਼ ਪਹੁੰਚਾਉਂਦੀ ਹੈ? ਬੇਸਿਕਲੀ ਪਲਾਜ਼ਮੋਡੀਅਮ ਪੈਰਾਸਾਈਟ ਪਹੁੰਚਾਉਂਦਾ ਹੈ। ਮਲੇਰੀਆ ਦਾ ਕਾਰਨ ਕੀ ਹੈ? ਪਲਾਜ਼ਮੋਡੀਅਮ ਪੈਰਾਸਾਈਟ ਹੈ, ਠੀਕ ਹੈ, ਜਿਹੜਾ ਕਿ ਆਪਣੇ ਸਰੀਰ ਦੇ ਵਿੱਚ ਆ ਜਾਂਦੇ ਅਤੇ ਆਪਾਂ ਨੂੰ ਨੁਕਸਾਨ ਪਹੁੰਚਾਉਂਦਾ। ਤਾਂ ਹੁਣ ਅਗਰ ਇਸ ਨੂੰ ਡਿਟੇਲ ਡਿਸਕਸ ਕਰੀਏ ਕਿ ਫੈਲਣ ਦਾ ਕਾਰਨ ਕੀ ਹੈ। ਇਸ ਦਾ ਫੈਲਣ ਦਾ ਕਾਰਨ ਹੈ ਕਿ ਦਿਸ ਡਿਸੀਜ਼ ਇਜ਼ ਕੋਜ਼ਡ ਬਾਈ ਦਾ ਬਾਈਟ ਆਫ ਫੀਮੇਲ ਐਨੋਫਿਲਸ ਮੋਸਕੀਟੋ ਵਿਚ ਕੈਰੀਜ਼ ਪਲਾਜ਼ਮੋਡੀਅਮ ਪੈਰਾਸਾਈਟ। ਹੁਣੇ ਆਪਾਂ ਹੁਣੇ ਡਿਸਕਸ ਕੀਤਾ ਸੀ ਕਿ ਕਿਹੜਾ ਮੱਛਰ ਹੈ? ਫੀਮੇਲ ਐਨੋਫਿਲਸ। ਇਟ ਐਂਟਰਸ ਇਨ ਦਾ ਬੋਡੀ ਐਂਡ ਆਫਟਰ ਸਮ ਡੇਜ਼ ਸਟਾਰਟ ਇਨਫੈਕਟਿੰਗ ਰੈੱਡ ਬਲੱਡ ਸੈਲਸ। ਕਿ ਇਹ ਬਿਮਾਰੀ ਮਾਦਾ ਐਨੋਫਿਲਸ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਹ ਸਰੀਰ ਵਿੱਚ ਜਾ ਕੇ ਕੁਝ ਦਿਨਾਂ ਤੱਕ ਲਾਲ ਲਹੂ ਦੇ ਸੈੱਲਾਂ ਨੂੰ ਅਸਰ ਕਰਦਾ ਹੈ, ਠੀਕ ਹੈ। ਹੁਣ ਕੀ ਮਤਲਬ ਕੀ ਹੈ ਕਿ ਡਿਟੇਲ ਦੇ ਵਿੱਚ ਕਿ ਜਿਹੜਾ ਇਹ ਸਰੀਰ ਦੇ ਵਿੱਚ ਕੀ ਕਰਦਾ ਹੈ? ਪਲਾਜ਼ਮੋਡੀਅਮ ਪੈਰਾਸਾਈਟ ਅੰਦਰ ਚਲਾ ਜਾਂਦਾ ਹੈ, ਆਪਣੀ ਬੋਡੀ ਦੇ ਅੰਦਰ ਜਾਂਦਾ ਹੈ। ਹੁਣ ਜਿਹੜਾ ਉਹ ਪੈਰਾਸਾਈਟ ਹੈ ਉਹ ਕੀ ਕਰਦਾ ਹੈ ਕਿ ਕੁਝ ਦਿਨਾਂ ਤੱਕ ਉਹ ਰੈੱਡ ਬਲੱਡ ਸੈੱਲ ਨੂੰ ਇਨਫੈਕਟ ਕਰਨਾ ਸ਼ੁਰੂ ਕਰਦਾ ਹੈ, ਠੀਕ ਹੈ। RBC ਆਪਾਂ ਸ਼ੋਰਟ ਫਾਰਮ ਦੇ ਵਿੱਚ RBC ਕਿਹਾ ਜਾਂਦਾ ਉਹਨਾਂ ਨੂੰ, ਰੈੱਡ ਬਲੱਡ ਸੈੱਲਸ। ਰੈੱਡ ਬਲੱਡ ਸੈੱਲਸ ਹੁੰਦੇ ਨੇ ਜਿਹੜੇ ਇਹਨਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰਦਾ ਹੈ, ਇਨਫੈਕਟ ਕਰਨਾ ਸ਼ੁਰੂ ਕਰਦਾ ਹੈ ਅਤੇ ਆਪਣੇ ਆਪ ਨੂੰ ਮਲਟੀਪਲਾਈ ਹੋਣਾ ਸ਼ੁਰੂ ਹੁੰਦਾ ਹੈ। ਕਿ ਜਿਹੜਾ ਪਲਾਜ਼ਮੋਡੀਅਮ ਪੈਰਾਸਾਈਟ ਹੈ ਇਹ ਵਧਣਾ ਸ਼ੁਰੂ ਹੋ ਜਾਂਦਾ ਹੈ। 1 ਤੋਂ 2 ਹੋਣੇ ਸ਼ੁਰੂ ਹੋ ਜਾਂਦੇ, 3 ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤਰੀਕੇ ਨਾਲ ਵੱਧਦਾ ਇਹ ਆਪਣੇ ਸਰੀਰ ਦੇ RBCs ਨੂੰ ਖਤਮ ਕਰਦਾ, ਰੈੱਡ ਬਲੱਡ ਸੈੱਲਸ ਨੂੰ ਖਤਮ ਕਰਨਾ ਸ਼ੁਰੂ ਕਰਦਾ ਹੈ। ਫਿਰ ਫੈਲਦਾ ਕਿਸ ਤਰੀਕੇ ਨਾਲ ਹੈ? ਇੱਕ ਤਾਂ ਆਪਾਂ ਨੇ ਦੱਸਤਾ ਕਿ ਇਹ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਤੋਂ ਇਲਾਵਾ ਮਲੇਰੀਆ ਛੂਤਕਾਰੀ ਨਹੀਂ ਹੈ, ਇਹ ਕਮਿਊਨੀਕੇਬਲ ਡਿਸੀਜ਼ ਨਹੀਂ ਹੈ ਕਿ ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ ਹੋ ਜੇ। ਭਾਵ ਇਹ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਵਿੱਚ ਨਹੀਂ ਫੈਲ ਸਕਦਾ, ਪਰੰਤੂ ਇਹ ਹੇਠ ਦਿੱਤੇ ਤਰੀਕਿਆਂ ਨਾਲ ਫੈਲ ਸਕਦਾ ਹੈ। ਇਹ ਇੱਕ ਆਦਮੀ ਤੋਂ, ਇੱਕ ਪਰਸਨ ਤੋਂ ਦੂਸਰੇ ਪਰਸਨ ਦੇ ਵਿੱਚ ਕੁਝ ਕਾਰਨਾਂ ਕਰਕੇ ਫੈਲ ਸਕਦਾ ਹੈ। ਕਿਹੜੇ ਕਾਰਨ? ਕਿ ਗਰਭਵਤੀ ਮਾਂ ਤੋਂ ਉਸਦੇ ਅਣਜਨਮੇ ਬੱਚੇ ਨੂੰ। ਕਿ ਅਗਰ ਲੇਡੀ ਪ੍ਰੈਗਨੈਂਟ ਹੈ ਤਾਂ ਉਸਦਾ ਜਿਹੜਾ ਬੇਟਾ ਹੈ ਉਸਨੂੰ ਵੀ ਮਲੇਰੀਆ ਹੋ ਸਕਦਾ ਹੈ। ਅਗਰ ਵੂਮੈਨ ਪ੍ਰੈਗਨੈਂਟ ਹੈ ਔਰ ਉਸਨੂੰ ਮਲੇਰੀਆ ਹੋ ਗਿਆ ਤਾਂ ਉਸਦੇ ਬੱਚੇ ਨੂੰ ਵੀ ਮਲੇਰੀਆ ਹੋ ਸਕਦਾ ਹੈ। ਕਿਉਂਕਿ ਇਹ ਬਲੱਡ ਦੀ ਬਿਮਾਰੀ ਹੈ ਤਾਂ ਉਹੀ ਬਲੱਡ ਬੱਚੇ ਕੋਲ ਵੀ ਜਾਏਗਾ ਤਾਂ ਉਹ ਬਲੱਡ ਉਸਨੂੰ ਵੀ ਮਲੇਰੀਆ ਕਰ ਸਕਦਾ ਹੈ। ਸੂਈਆਂ ਵੰਡਣਾ, ਇੰਜੈਕਸ਼ਨਸ ਦੀ ਗੱਲ ਕਰਦੇ ਹਾਂ। ਜਦੋਂ ਆਪਾਂ ਇੰਜੈਕਸ਼ਨਸ ਯੂਜ਼ ਕਰਦੇ ਹਾਂ, ਡਾਕਟਰਸ ਦੁਆਰਾ ਇੰਜੈਕਸ਼ਨ ਦਿੱਤੇ ਜਾਂਦੇ ਨੇ, ਜਾਂ ਫਿਰ ਜਿਹੜੇ ਲੋਕ ਨਸ਼ੇ ਕਰਦੇ ਨੇ, ਐਡਿਕਟਡ ਹੁੰਦੇ ਨੇ, ਉਹਨਾਂ ਨੂੰ
काफ़ी ईजिली हो सकता है कि अगर एक परसन ਨੂੰ ਮਲੇਰੀਆ है उसने कोई नीडल यूज़ की है, इंजैक्शन यूज़ किया है, तो वही इंजैक्शन अगर दूसरे परसन द्वारा एक नॉर्मल इंसान द्वारा लेता जाता है तो वह भी की होएगा, इन्फेक्टेड हो जाएगा। ठीक है। नैक्सट है खून चढ़ाना। खून चढ़ाना यानी कि ब्लड का जो यूज़ किया जाता है। फॉर एग्जाम्पल एक परसन ਨੂੰ अगर एक्सीडेंट होया तो उसदे विच उसनू दूसरा परसन ਨੂੰ खून चाहिए, उसनू ਉਹ ਜਿਹੜਾ खून है वो ऐसे परसन द्वारा दिता गया है जिसनू मलेरिया होके हटे। ठीक है। तो इत्थे भी प्रॉब्लम आती है। ਤਾਂ ਹੀ ਤੁਸੀਂ ਕਦੇ ਵੀ ਦੇਖਿਆ ਹੋਏਗਾ ਜਦੋਂ ਵੀ ਕਿਸੇ ਇਨਸਾਨ ਦਾ खून लिया जाता है उसके टैसट किए जाते हैं कि वह प्रॉपरली तरीके नाल हैल्दी है या नहीं है। ठीक है। या फिर की किया जाता है, पहले खून लिया लिता जाता है, बाद दे विच उस खून के टैसट किए जाते हैं कि उस खून दे विच कोई बीमारी तो नहीं है। ठीक है। नॉर्मली एड्स की बीमारी काफ़ी ज़्यादा होंगी है, इस तो इलावा डेंगू की बीमारी काफ़ी ज़्यादा फैलती होंगी है ब्लड दे विचों। इस तो इलावा अंग ट्रांसप्लांट यानी कि ऑर्गन ट्रांसप्लांट यानी कि एक परसन का ऑर्गन चेंज करके दूसरे परसन को देना। फॉर एग्जाम्पल कुछ लोग किडनियाँ डोनेट करते हैं, डैथ तो बाद अपना हार्ट भी डोनेट करते हैं, आईज डोनेट की जाती ने। तो जोड़े ये ऑर्गनस ने इन्हों की जो ट्रांसप्लांटेशन की जाती है, एक ऐसे परसन का ऑर्गन ट्रांसप्लांट कर देना जिसनों मलेरिया के नाल प्रॉब्लम हुई सी, मलेरिया के नाल दिक्कत आई सी, तो वह की करेगा उस दूसरे परसन को भी मलेरिया कर सकता है। ठीक है। जानलेवा बीमारी है मलेरिया के नाल, काफ़ी एक टाइम सीगा, हुण तां कंट्रोल किया जाता, चलो काफ़ी शॉर्ट लैवल के उत्ते ही पता लग जाता है मलेरिया का, तो उसनू कंट्रोल कर लिया जाता है। एक टाइम सी मलेरिया एक ऐसी बीमारी सी जिस दे नाल काफ़ी ज़्यादा लोगों की डैथ हो गई सी। ठीक है। काफ़ी ज़्यादा लोगों की मौत हुई सी, इस करके काफ़ी जानलेवा बीमारी है मलेरिया। हुण इस दी किस्मां की ने, बेसिकली अपने लिए ज़्यादा इंपोर्टेंट नहीं है क्योंकि अगर आप सिलेबस की गल करिए वार्ड अटेंडेंट के सिलेबस की, तो 8th तक के सिलेबस अनाउंस किया गया, उस ज़्यादा तो ज़्यादा डिटेल के आप 10वीं तक का सिलेबस रीड करांगे। प्लस किस्मां अपने लिए इंपोर्टेंट नहीं बननिया, पर एक बार रिवाइज कर लें कि प्लाज्मोडियम फाल्सीप्रम, प्लाज्मोडियम मलेरिया, प्लाज्मोडियम विवोकस, प्लाज्मोडियम ओवले, प्लाज्मोडियम नैलोसी, यह की ने मलेरिया दियां किस्मां ने। ठीक है। कि डिफरेंट तरीके के जोड़े मलेरिया के पैरासाइट्स ने वह डिफरेंट तरीके नाल इफेक्ट करते हैं बॉडी नूं। ठीक है। हुण इसके लक्षण की ने कि जिहड़ा मलेरिया है ये किस तरीके नाल हुंदा है, इसके लक्षण डिस्कस करते हैं। सब तो पहले की हुंदा है कि कंब रही ठंड जो दरम्यानी तो लैके गंभीर तक हो सकती है, कि परसन नूं ठंड लगनी शुरू हो जाती है, काफ़ी ज़्यादा ठंड लगनी शुरू होती है, कंबना शुरू हो जाता बंदा। ठीक है। कि पहले थोड़ा थोड़ा कंबदा, उस तो बाद उसनूं ज़्यादा वधनी शुरू हो जाती है। इस तो इलावा तेज़ बुखार, सिर दर्द होना शुरू हो जाता है, बुखार हो जाता है, सिर दर्द होना शुरू हो जाता है, मतली, उल्टियाँ, पेट दर्द, ये नॉर्मल सिम्पटम्स ने मलेरिया के। इस तो इलावा दस्त लग जाते हैं, अनीमिया, कल भी डिस्कस की सी अनीमिया की बीमारी जिस दे विच आयरन की कमी होंदी है, बॉडी दे विच आयरन की कमी होंदी है, जिस करके हैमोग्लोबिन दे विच प्रॉब्लम आ जाती है, ब्लड दे हैमोग्लोबिन की कमी होनी शुरू हो जाती है। मांसपेशियां का दर्द, मांसपेशियां दे विच दर्द होना शुरू होंदा है। कोमा, इंसान कोमा दे विच भी चले जाता है। मलेरिया एक ऐसी बीमारी है जिस दे नाल इंसान कोमा दे विच भी जा सकता है अगर उसनूं प्रॉपर टाइम दे उत्ते कंट्रोल नहीं किया जाता। ठीक है। खूनी टट्टी, ये सारे जिहड़े लक्षण ने ये किस चीज़ के ने, ये मलेरिया के लक्षण ने। ठीक है। हुण इसका इलाज किस तरीके नाल है, इसकी जिहड़ी इलाज है, सब तो मेन इलाज इसका की है क्लोरोक्वीन, और या कह सकते हैं हाइड्रोक्सी क्लोरोक्वीन। बेसिकली जिहड़ा शब्द है क्वीन, जिथे क्वीन शब्द आया उत्थे याद रखना है मलेरिया की बीमारी है। मलेरिया की बीमारी के लिए जिहड़ी दवाई है वो क्वीन है। क्वीन, क्लोरोक्वीन या हाइड्रोक्सी क्लोरोक्वीन के नाम नाल जिहड़ी दवाई है मलेरिया के पेशेंट्स नूं दित्ती जाती है, मरीज़ां नूं दित्ती जाती है क्लोरोक्वीन या हाइड्रोक्सी क्लोरोक्वीन। जे तुहाडा लक्षण गंभीर ना होण अते तुसी अजिहे खेतर विच हो जिथे परजीवी क्लोरोक्वीन प्रतिरोधक ना बन गया होवे तां तुहाडा डॉक्टर इन्हां विचों किसी भी दवाई की सिफारिश कर सकता है। बेसिकली की हुंदा है कि जिहड़ी हाइड्रोक्सी क्लोरोक्वीन है यह एक पर्टिकुलर एरिया दे विच ही काम करती है, जिथे काफ़ी ज़्यादा मलेरिया फैलिया हुंदा है उत्थे की हुंदा है कि दवाई का एक लिमिटेड तक ही कह सकते हैं इलाज जिहड़ा एक लिमिटेड टाइम तक ही इलाज करती है। अगर अपना मलेरिया उस लैवल तो ज़्यादा इंक्रीज़ हो चुके हैं, अपन
काफ़ी ज़्यादा लेट हो चुके हैं ਆਪਾਂ ਦਵਾਈ ਵੈਕਸੀਨੇਸ਼ਨ ਪਹੁੰਚਾਉਣ ਦੇ ਵਿੱਚ ਤਾਂ ਇਹ ਇਨਸਾਨ ਦੀ ਜਾਨ ਵੀ ਲੈ ਸਕਦਾ ਹੈ ਤੇ ਇਹ ਜਿਹੜੀ ਦਵਾਈ ਹੈ ਇਹ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦੀ। ਠੀਕ ਹੈ, ਤਾਂ ਇਸ ਹਾਲਾਤ ਦੇ ਵਿੱਚ ਅਗਰ ਇਹ ਦਵਾਈ ਕੰਮ ਨਹੀਂ ਕਰੇਗੀ ਤਾਂ ਹੋਰ ਵੀ ਕੁਝ ਦਵਾਈਆਂ ਨੇ ਕਹਿ ਸਕਦੇ ਹਾਂ ਆਰਟੇਮਿਨਸਨ ਬੇਸਡ ਕੰਬੀਨੇਸ਼ਨ ਥੈਰੇਪੀ। ਇਸ ਮੈਡੀਸਿਨ ਦੇ ਵਿੱਚ ਕੀ ਕੀਤਾ ਜਾਂਦਾ, ਦੋ ਡਿਫਰੈਂਟ ਮੈਡੀਸਿਨਸ ਨੇ ਉਹਨਾਂ ਨੂੰ ਮਿਕਸ ਕੀਤਾ ਜਾਂਦਾ ਹੈ। ठीक है, ਕੰਬੀਨੇਸ਼ਨ ਥੈਰੇਪੀ ਦਾ ਮਤਲਬ ਮਿਸ਼ਰਣ ਥੈਰੇਪੀ ਕਿ ਦੋ ਦਵਾਈਆਂ ਮਿਕਸ ਕਰਕੇ ਇੱਕ ਪਰਸਨ ਨੂੰ ਦਿੱਤੀਆਂ ਜਾਂਦੀਆਂ ਨੇ, ਇਸ ਦੇ ਨਾਲ ਵੀ ਅਸਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੈਫਲੋਕੁਈਨ, ਹੁਣ ਆਪਾਂ ਡਿਸਕਸ ਕੀਤਾ ਸੀ ਜਿੱਥੇ ਕੁਈਨ ਆਏਗਾ ਉੱਥੇ ਕਿਸ ਦੀ ਇਲਾਜ ਹੋਏਗਾ, ਮਲੇਰੀਆ ਦਾ। ਤਾਂ ਮੈਫਲੋਕੁਈਨ ਇਹ ਦਵਾਈ ਇੱਕ ਹੋਰ ਵਿਕਲਪ ਹੈ, ਪਰ ਇਹ ਤੁਹਾਡੇ ਦਿਮਾਗ ਨਾਲ ਜੁੜੇ ਬਹੁਤ ਘੱਟ ਪਰ ਗੰਭੀਰ ਮਾੜੇ ਪ੍ਰਭਾਵਾਂ ਨਾਲ ਜੁੜੀ ਹੋਈ ਹੈ ਅਤੇ ਸਿਰਫ ਇੱਕ ਆਖਰੀ ਰਿਜ਼ੋਰਟ ਵਜੋਂ ਵਰਤੀ ਜਾਂਦੀ ਹੈ। ਕੀ ਹੁੰਦਾ ਹੈ ਕਿ ਅਗਰ ਕਿਸੇ ਵੀ ਤਰੀਕੇ ਦੀ ਦਵਾਈ ਦਾ ਕੋਈ ਅਸਰ ਨਹੀਂ ਹੁੰਦਾ, ਠੀਕ ਹੈ, ਜਿਹੜੀ ਫੋਰ ਐਗਜ਼ਾਮਪਲ ਹੁਣੇ ਆਪਾਂ ਡਿਸਕਸ ਕੀਤਾ ਹੈ ਹਾਈਡਰੋਕਸੀਕਲੋਰੋਕੁਈਨ, ਅਗਰ ਹਾਈਡਰੋਕਸੀਕਲੋਰੋਕੁਈਨ ਦਾ ਵੀ ਅਸਰ ਹੋਣਾ ਬੰਦ ਹੋ ਜਾਂਦਾ ਹੈ, ਪਲੱਸ ਆ ਜਿਹੜੀ ਕੰਬੀਨੇਸ਼ਨ ਥੈਰੇਪੀ ਹੈ ਇਹ ਡਿਸਕਸ ਕੀਤੀ ਹੈ, ਇਸ ਦਾ ਵੀ ਅਗਰ ਅਸਰ ਬੰਦ ਹੋ ਜਾਂਦਾ ਤਾਂ ਆਖਰੀ ਵਜੂਦ ਦੇ ਤੌਰ 'ਤੇ ਵਰਤੀ ਜਾਂਦੀ ਹੈ ਮੈਫਲੋਕੁਈਨ, ਕਿਉਂਕਿ ਇਸ ਦੇ ਸਾਈਡ ਇਫੈਕਟਸ ਜ਼ਿਆਦਾ ਨੇ। ਮੈਫਲੋਕੁਈਨ ਜਿਹੜੀ ਮੈਡੀਸਿਨ ਹੈ ਇਸਦੇ ਸਾਈਡ ਇਫੈਕਟਸ ਨੇ, ਤਾਂ ਸਾਈਡ ਇਫੈਕਟਸ ਕੀ ਨੇ ਕਿ ਦਿਮਾਗ ਦੇ ਉੱਤੇ ਅਸਰ ਕਰਦੀ ਹੈ, ਇਹ ਦਿਮਾਗ ਨੂੰ ਰਿਟਾਰਡਡ ਮੈਂਟਲੀ ਰਿਟਾਰਡਡ ਕਹਿ ਦਿੰਦੇ ਆਪਾਂ, ਗਰੋਥ ਰੋਕ ਦਿੰਦੀ ਹੈ ਦਿਮਾਗ ਦੀ ਮੈਫਲੋਕੁਈਨ। ਠੀਕ ਹੈ, ਇੱਕ ਆਖਰੀ ਵਜ੍ਹਾ 'ਤੇ ਦਿੱਤੀ ਜਾਂਦੀ ਹੈ ਕਿ ਇਨਸਾਨ ਦੀ ਜਾਨ ਜ਼ਰੂਰੀ ਹੈ, ਆਪਾਂ ਕਹਿੰਦੇ ਨੇ ਕਿ ਜਾਨ ਹੈ ਤਾਂ ਜਹਾਨ ਹੈ। ਠੀਕ ਹੈ, ਤਾਂ ਜਾਨ ਬਚਾਉਣ ਦੇ ਲਈ ਮੈਫਲੋਕੁਈਨ ਮੈਡੀਸਿਨ ਨੂੰ ਲਾਸਟ ਤੌਰ 'ਤੇ ਦਿੱਤਾ ਜਾਂਦਾ ਹੈ। ਠੀਕ ਹੈ, ਇਹ ਆਪਾਂ ਡਿਸਕਸ ਕਰ ਲਿਆ ਕਿਸ ਦੇ ਬਾਰੇ, ਮਲੇਰੀਆ ਦੇ ਬਾਰੇ। ਹੁਣ ਡਿਸਕਸ ਕਰਦੇ ਹਾਂ ਡੇਂਗੂ ਦੇ ਬਾਰੇ ਡਿਸਕਸ ਕਰਦੇ ਹਾਂ। ਡੇਂਗੂ ਕੀ ਹੈ ਕਿ ਡੇਂਗੂ ਫੀਵਰ commonly known as breakbone fever is a flu-like illness caused by the dengue virus. It is caused when an Aedes mosquito carrying the virus bites a healthy person. ਕੀ ਹੁੰਦਾ ਹੈ ਕਿ ਡੇਂਗੂ ਬੁਖਾਰ ਆਮ ਤੌਰ 'ਤੇ ਬ੍ਰੇਕ ਹੱਡ ਬੁਖਾਰ ਕਿਹਾ ਜਾਂਦਾ, ਇਸ ਨੂੰ ਹੱਡ ਤੋੜ ਬੁਖਾਰ ਕਿਹਾ ਜਾਂਦਾ। ਠੀਕ ਹੈ, ਇਹ ਇੱਕ ਫਲੂ ਵਰਗੀ ਬਿਮਾਰੀ ਹੈ ਜੋ ਡੇਂਗੂ ਵਾਇਰਸ ਨਾਲ ਹੁੰਦੀ ਹੈ। ਜਦੋਂ ਇਹ ਉਦੋਂ ਹੁੰਦਾ ਹੈ ਜਦੋਂ ਇੱਕ ਏਡੀਸ ਮੱਛਰ ਇੱਕ ਵਿਸ਼ਾਣੂ ਨੂੰ ਕੱਟਦਾ ਹੈ। ਬੇਸਿਕ ਇੱਕ ਨੋਰਮਲ ਹੈਲਦੀ ਪਰਸਨ ਨੂੰ ਜਦੋਂ ਏਡਸ ਮੋਸਕੀਟੋ, उसदे विच की सीगा एनोफिल्स, फीमेल एनोफिल्स मलेरिया दे लई, सिमिलर तरीके नाल डेंगू दे लई एडिस मॉस्किटो जदों की करदा है एक हैल्दी परसन नूं कट लैंदा है तां की हुंदा है डेंगू वायरस फैलदा है। ठीक है, उसकी बॉडी दे विच डेंगू वायरस चला जाता है और डेंगू वायरस हौली हौली उस इंसान के शरीर नूं नुकसान पहुँचाना शुरू करता है। बेसिकली फ्लू वर्गी बीमारी है। इस दे विच सब तो पहले बुखार ही हुंदा है, उस तो बाद जिहड़े इंसान के सैल हुंदे ने बॉडी दे विच बेसिकली वाइट ब्लड सैल्स जिहड़े इन्फैक्शनस दे नाल लड़दे ने ये उन्हां सैलां नूं रिड्यूस करना शुरू कर दिंदे, ब्लड दे विचों सैल्स नूं रिड्यूस करना शुरू कर दिंदा है और सैल घटदे। आपां बेसिकली आपां डेंगू की बीमारी एक ऐसी बीमारी है जो हर साल इंडिया दे विच देखण नूं मिलदी है और तुसीं नॉर्मल सुनिया होएगा आपां बंदा कहंदा कि उसदे सैल घट गए, तो सैल घटदे एक ऐसे तौर पर पहुँच जाते हैं जिस टाइम उस परसन की डैथ भी हो जाती है। ठीक है, डेंगू एक ऐसी बीमारी है जो ईजली काफ़ी ज़्यादा फैलती है इंडिया दे विच। मलेरिया नूं हजे अगर गल करिए इंडिया दे विच कंट्रोल किया जा चुका है काफ़ी हद तक, पर डेंगू एक ऐसी बीमारी है जो हजे भी इंडिया दे विच देखी जाती है। ठीक है, इस दे विच काफ़ी ज़्यादा शॉर्टेज होंदी है खून की, साफ खून जिस दे विच सैल प्रॉपर तरीके नाल इंसान नूं दिते जांदे ने। तो इसके लक्षण की ने? इसके लक्षण हैडेक यानी कि सिर दर्द, मसल बोन एंड जॉइंट पेन, मांसपेशी हड्डी और जोड़ों का दर्द, नोजिया यानी कि मतली, वॉमिटिंग यानी कि उल्टियाँ, पेन बिहाइंड द आईज अखां दे पिछे दर्द होना शुरू हो जाता है, स्वोलन ग्लैंड्स सूजियाँ गलतियाँ जिहड़े ग्लैंड्स हुंदे ने अपने जबाड़े कह सकते हैं ये फुलने शुरू हो जाते हैं, रैश तफ्फड़ होने शुरू हो जाते हैं डेंगू दे विच। ठीक है, ये सारे की लक्षण ने डेंगू के लक्षण ने। डेंगू दे विच इन्ना प्रॉब्लम्स नॉर्मली देखिया जांदियां ने। ठीक है, हुण जिहड़ी डेंगू है इस दे विच इलाज की है, इस बीमारी का इलाज की है? सब तो पहले मेडिकेशन दे विच पेन किलर्स लाइक
ਟੈਲੇਨੋਲ ਔਰ ਪੈਰਾਸੀਟਾਮੋਲ। ਨੋਰਮਲੀ ਪੈਰਾਸੀਟਾਮੋਲ ਹੀ ਡੇਂਗੂ ਦਾ ਇਲਾਜ ਮੰਨਿਆ ਜਾਂਦਾ, ਬੇਸਿਕਲੀ ਇਸ ਦਾ ਕੋਈ ਇਲਾਜ ਨਹੀਂ ਹੈ। ਅਗਰ ਪ੍ਰੋਪਰ ਤੌਰ 'ਤੇ ਗੱਲ ਕਰੀਏ ਤਾਂ ਇਲਾਜ ਨਹੀਂ ਹੈ ਡੇਂਗੂ ਦਾ। ਡੇਂਗੂ ਨੂੰ ਆਪਾਂ ਨੂੰ ਕੀ ਕੀਤਾ ਜਾਂਦਾ ਹੈ ਕਿ ਐਸੀਆਂ ਚੀਜ਼ਾਂ ਆਪਾਂ ਨੂੰ ਖਾਣ ਨੂੰ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਇੱਕ ਪਾਸੇ ਦਾ ਬੁਖਾਰ ਉਤਾਰ ਦੇ ਔਰ ਦੂਸਰੇ ਪਾਸੇ ਜਿਹੜੇ ਬੋਡੀ ਦੇ ਵਿੱਚ ਸੈੱਲ ਰਿਡਿਊਸ ਹੋਏ ਨੇ। ਡੇਂਗੂ ਦੇ ਵਿੱਚ ਨੋਰਮਲੀ ਇਨਸਾਨ ਦੇ ਬੋਡੀ ਦੇ ਸੈੱਲ ਰਿਡਿਊਸ ਹੋ ਜਾਂਦੇ ਨੇ, ਤਾਂ ਉਹਨਾਂ ਸੈੱਲਾਂ ਨੂੰ ਵਧਾਇਆ ਜਾਂਦਾ ਹੈ। ਤੇ ਕਿਸ ਤਰੀਕੇ ਨਾਲ ਵਧਾਇਆ ਜਾਂਦਾ ਹੈ? ਕੁਝ ਐਸੀ ਚੀਜ਼ਾਂ ਖਾਣ ਨੂੰ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਸੈੱਲਾਂ ਦੀ ਕਾਫੀ ਜ਼ਿਆਦਾ ਇੰਕਰੀਜ਼ ਹੋ ਸਕਦੇ ਨੇ। ਫੋਰ ਐਗਜ਼ਾਮਪਲ ਆਪਾਂ ਨੂੰ ਬੇਸਿਕਲੀ ਨਾਰੀਅਲ ਦਿੱਤਾ ਜਾਂਦਾ ਹੈ ਖਾਣ ਨੂੰ, ਨਾਰੀਅਲ ਦਾ ਪਾਣੀ ਪਿਆਇਆ ਜਾਂਦਾ ਹੈ, ਠੀਕ ਹੈ। ਹੋਰ ਕੀਵੀ ਹੋ ਗਿਆ, ਕੀਵੀ ਕਾਫੀ ਈਜ਼ਲੀ ਆਪਣੇ ਸੈੱਲ ਇੰਕਰੀਜ਼ ਕਰਦੀ ਹੈ। ਤਾਂ ਇਹਨਾਂ ਫਰੂਟਸ ਵਗੈਰਾ ਇਨਸਾਨ ਨੂੰ ਦਿੱਤੇ ਜਾਂਦੇ ਨੇ, ਠੀਕ ਹੈ। ਤਾਂ ਮੈਡੀਕੇਸ਼ਨ ਦੇ ਵਿੱਚ ਅਗਰ ਗੱਲ ਕਰੀਏ, ਦਵਾਈਆਂ ਦੇ ਵਿੱਚ ਟੈਲੇਨੋਲ ਜਾਂ ਫਿਰ ਪੈਰਾਸੀਟਾਮੋਲ ਦੀ ਗੋਲੀ ਦਿੱਤੀ ਜਾਂਦੀ ਹੈ। ਔਰ ਜਨਰਲੀ ਦੇਖਿਆ ਹੋਏਗਾ ਤੁਸੀਂ, ਡੋਲੋ ਦਿੱਤੀ ਜਾਂਦੀ ਹੈ। ਡੋਲੋ ਵੀ ਕੀ ਇੱਕ ਪੈਰਾਸੀਟਾਮੋਲ ਹੀ ਹੈ, ਠੀਕ ਹੈ। ਜਨਰਲੀ ਪ੍ਰਿਸਕ੍ਰਾਈਬਡ ਟੂ ਦਾ ਪੇਸ਼ੈਂਟਸ। 4 ਡ੍ਰਿਪਸ ਆਰ ਸਮਟਾਈਮਸ ਸਪਲੀਮੈਂਟਡ ਇਨ ਕੇਸ ਆਫ ਸੈਵਰ ਡੀਹਾਈਡਰੇਸ਼ਨ। ਕੀ ਹੁੰਦਾ ਹੈ ਕਿ ਡ੍ਰਿਪ ਵੀ ਲਗਾਏ ਜਾਂਦੇ ਨੇ। ਜਦੋਂ ਕਿਸੇ ਦੇ ਜ਼ਿਆਦਾ ਹੀ ਸੈੱਲ ਘਟ ਜਾਂਦੇ ਨੇ ਤਾਂ ਉਸਨੂੰ ਡ੍ਰਿਪ ਲਗਾ ਦਿੱਤੀ ਜਾਂਦੀ ਹੈ ਡੇਂਗੂ ਬਿਮਾਰੀ ਦੇ ਵਿੱਚ। ਤਾਂ ਟਾਇਲੇਨੋਲ ਔਰ ਪੈਰਾਸੀਟਾਮੋਲ ਵਰਗੇ ਦਰਦਨਾਸ਼ਕ ਆਮ ਤੌਰ 'ਤੇ ਮਰੀਜ਼ਾਂ ਨੂੰ ਦੱਸੇ ਜਾਂਦੇ ਹਨ। ਗੰਭੀਰ ਡੀਹਾਈਡਰੇਸ਼ਨ ਦੇ ਮਾਮਲੇ ਦੇ ਵਿੱਚ ਕਈ ਵਾਰ ਡ੍ਰਿਪ ਲਗਾਈ ਜਾਂਦੀ ਹੈ, ਠੀਕ ਹੈ। ਦੂਸਰੀ ਹੈ ਸਟੇ ਹਾਈਡਰੇਟਡ। ਕਿ ਹਾਈਡਰੇਟਡ ਬੇਸਿਕਲੀ ਕੀ ਹੁੰਦਾ ਕਿ ਪਾਣੀ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹ ਇੱਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਡੇ ਸਰੀਰਕ ਤਰਲ ਪਦਾਰਥ ਉਲਟੀਆਂ ਅਤੇ ਤੇਜ਼ ਬੁਖਾਰ ਦੌਰਾਨ ਖਤਮ ਹੋ ਜਾਂਦੇ ਹਨ। ਤਾਂ ਕੀ ਹੁੰਦਾ ਹੈ ਕਿ ਉਲਟੀਆਂ ਦੇ ਕਾਰਨ ਔਰ ਬੁਖਾਰ ਦੇ ਕਾਰਨ ਜਿਹੜਾ ਤਰਲ ਪਦਾਰਥ ਹੁੰਦੇ ਨੇ, ਯਾਨੀ ਕਿ ਪਾਣੀ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਨਸਾਨ ਦੀ ਬੋਡੀ ਦੇ ਵਿੱਚ ਪਾਣੀ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਪਾਣੀ ਵਾਲੀ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ। ਆਪਾਂ ਹੁਣੇ ਡਿਸਕਸ ਕੀਤਾ ਹੈ ਕਿ ਨਾਰੀਅਲ ਪਾਣੀ ਇਸੇ ਕਰਕੇ ਦਿੱਤਾ ਜਾਂਦਾ ਹੈ ਕਿ ਹਾਈਡਰੇਟਡ ਰਹੇ, ਇਨਸਾਨ ਦੀ ਬੋਡੀ ਦੇ ਵਿੱਚ ਪਾਣੀ ਦੀ ਕਮੀ ਨਾ ਹੋਵੇ। ਤਾਂ ਸਭ ਤੋਂ ਪਹਿਲੇ ਪਾਣੀ ਦੀ ਕਮੀ ਨੂੰ ਹੀ ਰੋਕਿਆ ਜਾਂਦਾ ਹੈ। ਇਸ ਤੋਂ ਇਲਾਵਾ ਹਾਈਜੀਨ, ਕਿ ਸਫਾਈ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਤੋਂ ਵੀ ਵੱਧ ਜਦੋਂ ਤੁਸੀਂ ਠੀਕ ਨਹੀਂ ਹੁੰਦੇ ਤਾਂ ਰੋਗੀ ਨਿਯਮਿਤ ਇਸ਼ਨਾਨ ਨਹੀਂ ਤਾਂ ਸਪੰਜ ਦੇ ਇਸ਼ਨਾਨ ਦੀ ਚੋਣ ਕਰ ਸਕਦਾ ਹੈ। ਨਹਾਉਣ ਲਈ ਵਰਤੇ ਜਾ ਰਹੇ ਪਾਣੀ ਵਿੱਚ ਡਿਟੋਲ ਵਰਗੇ ਕੀਟਾਣੂਨਾਸ਼ਕ ਤਰਲ ਦੀਆਂ ਕੁਝ ਬੂੰਦਾਂ ਸ਼ਾਮਿਲ ਕਰੋ। ਕੀ ਹੁੰਦਾ ਹੈ ਕਿ ਜਦੋਂ ਆਪਾਂ ਠੀਕ ਨਹੀਂ ਹੁੰਦੇ ਤਾਂ ਆਪਾਂ ਨੂੰ ਨਹਾਉਣਾ ਘੱਟ ਕਰਨਾ ਪੈਂਦਾ ਹੈ। ਤਾਂ ਨਹਾਉਣ ਨੂੰ ਘੱਟ ਕਰਨ ਦੇ ਲਈ ਕੀ ਕੀਤਾ ਜਾਂਦਾ? ਸਪੰਜ ਦੀ ਇਸ਼ਨਾਨ ਦੀ ਚੋਣ ਕੀਤੀ ਜਾ ਸਕਦੀ ਹੈ। ਕਿ ਜਦੋਂ ਨਹਾਉਣਾ ਹੋਵੇ ਤਾਂ ਸਿੰਪਲ ਪਾਣੀ ਨਾ ਪਾ ਕੇ ਸਿੰਪਲ ਸਪੰਜ ਦੇ ਨਾਲ ਨਹਾਇਆ ਜਾਂਦਾ ਹੈ। ਪਲੱਸ ਉਸ ਦੇ ਵਿੱਚ ਕੀ ਐਡ ਕਰਨਾ ਚਾਹੀਦਾ? ਕਹਿੰਦੇ ਇਸ ਨੂੰ ਐਡ ਕਰਨ ਦੇ ਡਿਟੋਲ ਐਡ ਕਰਨਾ ਚਾਹੀਦਾ ਹੈ। ਡਿਟੋਲ ਇੱਕ ਐਂਟੀ ਇਨਫੈਕਟੈਂਟ ਜਾਂ ਕਹਿ ਸਕਦੇ ਹਾਂ ਕੀਟਾਣੂਨਾਸ਼ਕ ਦੀ ਤਰ੍ਹਾਂ ਕੰਮ ਕਰਦਾ ਹੈ, ਠੀਕ ਹੈ। ਹਸਪਤਾਲ ਵਿੱਚ ਮਰੀਜ਼ ਨੂੰ ਮਿਲਣ ਤੋਂ ਪਹਿਲੇ ਅਤੇ ਬਾਅਦ ਵਿੱਚ ਡਿਟੋਲ ਵਰਗੇ ਹੈਂਡ ਸੈਨੀਟਾਈਜ਼ਰ ਨਾਲ ਆਪਣੇ ਹੱਥ ਨੂੰ ਰੋਗਾਣੂ ਮੁਕਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਠੀਕ ਹੈ। ਹੈਂਡ ਸੈਨੀਟਾਈਜ਼ਰ ਆਪਾਂ ਕੋਵਿਡ-19 ਦੇ ਦੌਰਾਨ ਵੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਹੈਂਡ ਸੈਨੀਟਾਈਜ਼ਰ ਦੀ ਕਮੀ ਆਈ ਸੀ ਮਾਰਕੀਟ ਦੇ ਵਿੱਚ। ਕਿਉਂਕਿ ਹੈਂਡ ਸੈਨੀਟਾਈਜ਼ਰ ਦਾ ਯੂਜ਼ ਕੀਤਾ ਜਾਂਦਾ ਹੈ ਕੀ ਕਰਨ ਦੇ ਲਈ? ਕਿਸੇ ਵੀ ਵਾਇਰਸ ਜਾਂ ਕਹਿ ਸਕਦੇ ਹਾਂ ਬੈਕਟੀਰੀਆ ਨੂੰ ਆਪਣੇ ਹੱਥਾਂ ਤੋਂ ਖਤਮ ਕਰਨ ਦੇ ਲਈ। ਕਿਉਂਕਿ ਹੱਥ ਦੇ ਨਾਲ ਹੀ ਆਪਾਂ ਚੀਜ਼ਾਂ ਨੂੰ ਖਾਂਦੇ ਹਾਂ, ਤਾਂ ਹੱਥਾਂ ਦੇ ਨਾਲ ਹੀ ਆਪਾਂ ਨੱਕ ਹੋ ਗਿਆ ਜਾਂ ਫਿਰ ਕਿਸੇ ਵੀ ਜਗ੍ਹਾ 'ਤੇ ਹੱਥ ਲਗਾਉਂਦੇ ਹਾਂ ਤਾਂ ਉੱਥੋਂ ਉਹ ਵਾਇਰਸ ਟਰਾਂਸਮਿਟ ਹੋ ਕੇ ਆਪਣੇ ਵਿੱਚ ਚਲਾ ਜਾਂਦਾ, ਠੀਕ ਹੈ। ਨੈਕਸਟ ਹੈ ਕੀਟਾਣੂਆਂ ਦੇ ਕੱਪੜਿਆਂ ਤੋਂ ਛੁਟਕਾਰਾ ਪਾਉਣ ਲਈ ਡਿਟੋਲ ਨਾਲ ਮਰੀਜ਼ ਦੇ ਕੱਪੜੇ ਧੋਣ ਲਈ ਵਰਤੇ ਜਾਣੇ ਪਾਣੀ ਨੂੰ ਰੋਗਾਣੂ ਮੁਕਤ ਕਰੋ। ਕਿ ਡਿਟੋਲ ਜਿਹੜੀ ਆਪਾਂ ਹੁਣੇ ਡਿਸਕਸ ਕੀਤੀ ਹੈ, ਡਿਟੋਲ ਦੀ ਬੂੰਦਾਂ ਨੇ ਉਹ ਉਸ ਪਾਣੀ ਦੇ ਵਿੱਚ ਵੀ ਪਾਣੀ ਚਾਹੀਦੇ ਨੇ ਜਿਸ ਦੇ ਨਾਲ ਇਨਸਾਨ ਦੇ ਕੱਪੜੇ ਧੋਏ ਜਾ ਰਹੇ ਨੇ, ਠੀਕ ਹੈ। ਤਾਂ ਕਿ ਉਹ ਪਾਣੀ ਵੀ ਡਿਸਇਨਫੈਕਟੈਂਟ ਕੀਤਾ ਜਾ ਸਕੇ, ਰੋਗਾਣੂ ਮੁਕਤ ਕੀਤਾ ਜਾ ਸਕੇ ਔਰ ਉਸ ਦੇ ਨਾਲ ਕੱਪੜੇ ਧੋਣ ਦੇ ਨਾਲ ਕੱਪੜਿਆਂ ਨੂੰ ਵੀ ਰੋਗਾਣੂ ਮੁਕਤ ਕੀਤਾ ਜਾ ਸਕੇ, ਠੀਕ ਹੈ। ਇਸ ਤਰੀਕੇ ਨਾਲ ਹਾਈਜੀਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਉਸ ਤੋਂ ਬਾਅਦ ਲੈਸਰ ਸਕਿਨ ਐਕਸਪੋਜ਼ਰ, ਕਿ ਜਿਸ ਪਰਸਨ ਨੂੰ ਬਿਮਾਰੀ ਹਜੇ ਨਹੀਂ ਹੈ ਤਾਂ ਬਚਾਵ ਵੀ ਜ਼ਰੂਰੀ ਹੈ। ਇਲਾਜ ਡਿਸਕਸ ਕੀਤਾ, ਇਲਾਜ ਕਿਸ ਤਰੀਕੇ ਨਾਲ ਕੀਤਾ ਜਾਏਗਾ। ਇਸ ਤੋਂ ਇਲਾਵਾ ਇਲਾਜ ਦੇ ਵਿੱਚ ਉਹ ਪੁਆਇੰਟ ਐਡ ਕਰਨਾ ਰਹਿ ਗਿਆ ਕਿ ਖਾਣ ਦੀਆਂ ਹੈਲਦੀ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਉਸਦੇ ਸੈੱਲ ਵਧਾਏ ਜਾਂਦੇ ਨੇ, ਠੀਕ ਹੈ। ਜਿੰਨੀ ਵੀ ਹੈਲਦੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਇਨਸਾਨ ਦੀ ਬੋਡੀ ਦੇ ਵਿੱਚ ਬਲੱਡ ਦੀ ਮਾਤਰਾ ਇੰਕਰੀਜ਼ ਕੀਤੀ ਜਾ ਸਕੇ, ਪਲੱਸ ਬਲੱਡ ਦੇ ਨਾਲ RBC ਯਾਨੀ ਕਿ ਸੈੱਲਾਂ ਦੀ ਮਾਤਰਾ ਇੰਕਰੀਜ਼ ਕੀਤੀ ਜਾ ਸਕੇ, ਵਧਾਈ ਜਾ ਸਕੇ, ਉਹ ਇਸਤੇਮਾਲ ਕੀਤਾ ਜਾਂਦੇ ਨੇ। ਇਸ ਤੋਂ ਇਲਾਵਾ ਕਹਿੰਦੇ ਆਪਾਂ ਕਹਿੰਦੇ ਹਾਂ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਕਿ
बचाव तो ज़्यादा इलाज तो ज़्यादा बचाव ज़रूरी है कि अगर आप इंसान बच सकता किसी चीज़ तो इलाज की नौबत ही नहीं आएगी। ठीक है, तो बचाव दे विच सब तो पहले की है लैसर स्किन एक्सपोजर। लैसर स्किन एक्सपोजर दे विच यानी कि मतलब कि ट्राई वेयरिंग लॉन्ग पैंट्स एंड शर्ट्स टू कवर योर स्किन सरफेसिस एंड रिड्यूसिंग द चांसेस ऑफ बाइट्स। मॉस्किटोज आर हाईली एक्टिव अर्ली इन द मॉर्निंग और इवनिंग, सो ट्राई अवॉइडिंग वेंचरिंग आउट इन दोज टाइम्स। बेसिकली की होंगे कि जी अपनी बॉडी है उसनों आपां नूं कवर करके रखना पैंदा है, कवर करके रखना चाहिए। बेसिकली की होंगे कि जोड़े मच्छर होंगे ने अगर अपनी बॉडी अनकवर होएगी तां ही आपां नूं बाइट करेगा, मच्छर लड़ेगा। ठीक है, तो किस तरीके नाल कि अपनी चमड़ी की सतह नूं ढकण लई अते चक की संभावना नूं घटाउण लई लंबे पैंट अते कमीज पाउण की कोशिश करो। मच्छर सवेरे अते शाम के समय बहुत सरगर्म होंदे हन, इसलिए उन्हां समयां विच बाहर निकलण तो परहेज करो। बेसिकली कि अपनी जी प्रॉपर क्लोथ्स ने जोड़े वह पाए जान, कपड़े पूरे पाए जान कि जी कह सकते कि टी शर्टां होंदियां ने हाफ बाजू टी शर्टां ना पा के शर्ट्स पाइयां जान, निकरां ना पा के पैंट्स पाइयां जान। ठीक है, इस तो इलावा कि जी इस डेंगू का जोड़ा मच्छर होंदा उसका प्रॉपर टाइम कहा जाता है कि या तो अर्ली मॉर्निंग दे विच इफेक्ट करता है या फिर ईवनिंग दे विच। ठीक है, बाकी अगर गल करिए रात को मच्छर नहीं कटता डेंगू का जोड़ा मच्छर होंदा है या तो शाम को या फिर ज़्यादातर सवेरे डेंगू का मच्छर अटैक करता है, तो इस टाइम दे विच आपां नूं बाहर निकलण तो परहेज करना चाहिए। ठीक है, दूसरी चीज़ मॉस्किटो रेपेलेंट कि रेपेलेंट विद एटलीस्ट 10% कंसनट्रेशन ऑफ डी इथाइलोटोलोमाइड कि एक ऐसा रेपेलेंट बेसिकली पहले पंजाबी भी डिस्कस कर लें। ए हायर कंसनट्रेशन इज नीडेड फॉर लॉन्गर एक्सपोजर्स। यू कैन अप्लाई द ऑइंटमेंट डेली टू कीप मॉस्किटोज अवे। कि जोड़ा डाईथाइलोस्टुलोमाइड है DEET ਦੀ ਘੱਟ ਤੋਂ ਘੱਟ 10% ਇਕਾਗਰਤਾ ਵਾਲਾ ਇੱਕ ਵਿਗਾੜਕ ਲੰਬੇ ਐਕਸਪੋਜ਼ਰ ਲਈ ਇੱਕ ਉੱਚਾ ਇਕਾਗਰਤਾ ਦੀ ਲੋੜ ਹੁੰਦੀ ਹੈ। ਤੁਸੀਂ ਮੱਛਰ ਨੂੰ ਦੂਰ ਰੱਖਣ ਦੇ ਲਈ ਹਰ ਰੋਜ਼ ਅਤਰ ਲਗਾ ਸਕਦੇ ਹੋ। ਬੇਸਿਕਲੀ ਕੀ ਹੁੰਦਾ ਕਿ ਜਿਹੜਾ ਰੈਪੇਲੈਂਟ ਆਪਾਂ ਯੂਜ਼ ਕਰਦੇ ਹਾਂ ਇਹ ਕੀ ਹੁੰਦਾ ਹੈ, ਤੁਸੀਂ ਛੋਟੇ ਹੁੰਦੇ ਓਡੋਮੋਸ ਸੁਣਿਆ ਹੋਏਗਾ ਕਿ ਜਦੋਂ ਸ਼ਹਿਰੀ ਬੱਚਿਆਂ ਨੂੰ ਜ਼ਿਆਦਾ ਪਤਾ ਹੋਏਗਾ ਕਿ ਜਦੋਂ ਸ਼ਹਿਰੀ ਬੱਚੇ ਬਾਹਰ ਖੇਲਣ ਜਾਂਦੇ ਨੇ ਪਾਰਕਾਂ ਦੇ ਵਿੱਚ ਤਾਂ ਕੀ ਹੁੰਦਾ ਕਿ ਜਿਹੜੇ ਉਸਦੇ ਮਾਪੇ ਹੁੰਦੇ ਨੇ ਜ਼ਿਆਦਾਤਰ ਮੰਮੀਆਂ ਹੁੰਦੀਆਂ ਨੇ ਜਿਹੜੀਆਂ ਉਹ ਕੀ ਕਰਦੀਆਂ ਨੇ ਕਹਿੰਦੇ ਵੀ ਓਡੋਮੋਸ ਲਗਾ ਕੇ ਜਾਓ। ਓਡੋਮੋਸ ਨਾਲ ਕੀ ਹੁੰਦਾ ਕਿ ਜਿਹੜੇ ਮੱਛਰ ਨੇ ਆਪਾਂ ਨੂੰ ਨਹੀਂ ਕੱਟਦੇ। ਠੀਕ ਹੈ, ਤਾਂ ਉਹ ਕੀ ਉਹੀ ਗੱਲ ਕਹੀ ਗਈ ਹੈ ਕਿ DEET ਇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਓਡੋਮੋਸ ਦੇ ਵਿੱਚ ਵੀ ਇਹੀ ਚੀਜ਼ ਇਹੀ ਕੈਮੀਕਲ ਯੂਜ਼ ਕੀਤਾ ਜਾਂਦਾ ਹੈ। ਤਾਂ ਇਹ ਕੀ ਕਰਦਾ ਹੈ ਕਿ ਇਹ ਆਪਾਂ ਨੂੰ ਬਚਾਉਂਦਾ ਹੈ ਮੱਛਰਾਂ ਦੇ ਕੱਟਣ ਤੋਂ। ठीक है, अगर ज़्यादा क्योंकि आप हुणे कहा कि बचाव जरूरी है तो बचाव दे विच स्किन एक्सपोजर तो घट्टो घट्ट घरों बाहर निकलना, पर काम अगर आपने काम करने ने तो घरों तो बाहर निकलना पेगा। ठीक है, अगर बच्चों की गल छड्ड के नॉर्मल इंसान की गल करिए तो उसने काम करना तो काम करने के लिए घरों बाहर निकलना पेगा। तो इस टाइम इंसान नूं की करना चाहिए कि ऑइंटमेंट लगा के इस जी दवाई है कह सकते हैं इसनूं लगा के निकलना चाहिए जिस दे नाल मच्छर के कट्टण की संभावना घट हो जाएगी। ठीक है, या फिर अगर आप इंसान ने ज़्यादा टाइम बाहर रहना है तो उस उसनूं कह सकते हैं कि दोबारा लगा लेना चाहिए। ठीक है, एक पर्टिकुलर टाइम तो बाद उस मैडिसिन नूं दोबारा यूज़ करना चाहिए। ओडोमोस वर्गियां काफ़ी ज़्यादा ऑइंटमेंट्स पाई जांदियां ने जिन्होंं कह सकते हैं मॉस्किटो रेपेलेंट कहा जाता है। ठीक है, इस तो इलावा पर्सनल हाइजीन हुणे आपां डिस्कस किया है। वैन यू आर इन्फेक्टेड विद एनी वायरस अगर तुसी किसी भी तरीके दे वायरस दे नाल इन्फेक्टेड हो यू आर एक्सट्रा सेंसिटिव टू अदर इलनेस कि जे तुसी किसी वायरस नाल संक्रमित होंदे हो तो तुसी होर बीमारियां प्रति संवेदनशील हो। की हुंदा कि इंसान की बॉडी है जिहड़ी वलनरेबल हो जाती अगर किसी एक वायरस फॉर एग्जाम्पल एड्स जिहड़ी बीमारी है उस दे विच कोई बीमारी नहीं है। एड्स दे विच सिंपल एक सिंगल चीज़ है कि जी एड्स बीमारी है उस दे विच की हुंदा वो अपनी बॉडी दे विच उन्हां सैलां नूं खत्म कर दिंदा जिहड़े किसी होर बीमारियां दे नाल लड़दे ने। तो आपां नूं जिहड़ी छोटी छोटी बीमारियां ने सिंपल बुखार है बुखार इंसान अगर दवाई ले ले तो उसनूं किन्ने टाइम तक रहिंदा 2 दिन 3 दिन बद्धो बध एक हफ्ता। ठीक है, पर एड्स बीमारी दे करके इंसान दे शरीर दे विच जिहड़े WBC होंदे ने वाइट ब्लड सैल्स वो की करते हैं वो रोगां दे नाल लड़दे ने बीमारियां दे नाल लड़दे ने।
ठीक है, वो उन्होंने सैलों को खत्म कर देंगे। तो उन्होंने सैलों को खत्म करने करके की होंगे कि जिहड़ा बुखार है वो ठीक ही नहीं हो पाता। ठीक है, एक नॉर्मल बुखार भी इंसान को ठीक नहीं हो पाता और वही बुखार इंसान को कमज़ोर करता जाता है और एंड ते एड्स बीमारी के कारण उसकी मौत हो जाती है। ठीक है, सिमिलर तरीके नाल यही गल कही गई है कि अगर आप किसी भी वायरस नाल संक्रमित हाँ तो आपको की होंगे कि दूसरी बीमारियां आपको ईजिली लग सकदियां ने। ठीक है, तो की करना चाहिए, यूज़ ए हैंड सैनिटाइजर लाइक डिटॉल हैंड वॉश विच एक्ट्स टू कीप जर्म्स एट बे। तो हैंड सैनिटाइजर जिमें डिटॉल तरल हैंड वॉश की वरतों करो जो कीटाणुओं को तंग रखता है, यानी कि कीटाणुओं को दूर रखेगा। डिटॉल हैंड वॉश की वरतों की जानी चाहिए है एक नॉर्मल इंसान को। दूसरा, दिस लिक्विड सोप विल प्रोटेक्ट यू अगेंस्ट मैनी इलनेस कोजिंग जर्म्स। यह तरल साबन तुहानू कई बीमारियां पैदा करने वाले कीटाणुओं तो बचावेगा। ठीक है, तो की होएगा कि यह की करेगा, अपन हैल्प करेगा रिड्यूस करने दे ਜਿਹੜੇ ਆਪਾਂ ਕਹਿੰਦੇ कि अगर डिटॉल की अपने नॉर्मली एड देखी होंगी तो की कहते होंगे 99.9% उससे बचाएं। ठीक है, कीटाणुओं तो बचाता है। तो अज दे लिए बस इन्ना ही। आई होप तुहानू सैशन पसंद आया होगा। सैशन अच्छा ਜਿਹੜੇ ਆਪਾਂ डिस्कस किए ने बचाव एक करले डेंगू के लिए नहीं है, ये मलेरिया के लिए भी ने, और इस तो इलावा अगर किसी भी बीमारी की गल करिए तो ये बचाव सेम रहेंगे कि मच्छरों तो अपन बचना चाहिए। दूसरी चीज़ स्किन एक्सपोजर घट होना चाहिए और हाइजीन सब तो ज़्यादा जरूरी है। हाइजीन हर एक बीमारी के अपन बचाव तो हैल्प करती है। सफाई ही इंसान को हर एक बीमारी तो बचा सकती है। ठीक है, अज दे लिए बस इन्ना ही। आई होप तुहानू सैशन पसंद आया होगा। थैंक यू फॉर वॉचिंग द सैशन। गुड बाय।